हाँ जी ਅੰਬਰਪਾਲ जी, ਰਾਤੀ ਵੀ ਜ਼ਿਕਰ ਕੀਤਾ ਸੀ, ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀ ਕਿ ਵਾਜੇ ਵੂਜੇ ਸਰੰਗੀਆਂ ਹਾਰਮੋਨੀਆਂ ਢੋਲਕੀਆਂ ਢਾਲਕੀ ਨਹੀਂ ਵੱਜਦੀਆਂ। ਉਹ ਤੁਹਾਡੀ ਕਲਪਨਾ ਵਾ। ਜਦੋਂ ਟ੍ਰੇਨ 'ਚ ਬੰਦਾ ਬੈਠਾ ਹੁੰਦਾ ਤਾਂ ਟ੍ਰੇਨ ਦੀ ਛਕ 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 ਆਵਾਜ਼ ਨਹੀਂ ਆਉਂਦੀ। ਤੁਸੀਂ ਇਹਨੂੰ ਭਾਵੇਂ ਵੈਗਰੂ ਬਣਾ ਲਓ, ਭਾਵੇਂ ਰਾਮ ਕਹਿ ਲਓ, ਭਾਵੇਂ ਅੱਲਾ ਕਹੀ ਜਾਓ, ਭਾਵੇਂ ਢੋਲਕੀ ਤੇ ਭਾਵੇਂ ਛਾਣੇ ਕਹੀ ਜਾਓ। ਅਸਲ ਦੇ ਵਿੱਚ ਤੁਹਾਡੇ ਅੰਦਰ ਜਦੋਂ ਬਾਇਓ ਇਲੈਕਟ੍ਰੀਸਿਟੀ ਜਦੋਂ ਐਕਟੀਵੇਟ ਹੋ ਜਾਂਦੀ ਹੈ, ਈੜਾ ਪਿੰਗਲਾ ਤੇ ਸੁਖਮਣਾ, ਤਿੰਨ ਐਨਰਜੀਆਂ ਨੇ। ਸੁਖਮਾ ਨਾੜੀ 'ਚ ਨਹੀਂ ਇੰਨੀ ਪਾਵਰ ਹੁੰਦੀ ਹੁੰਦੀ ਕਿ ਪ੍ਰਚੰਡ ਰੂਪ 'ਚ ਹੀ ਆ, ਬਟ ਉਹ ਕੋਈ ਸਾਊਂਡ ਨਹੀਂ ਕ੍ਰੀਏਟ ਕਰਦੀ। ਜਿਹੜਾ ਸਾਊਂਡ ਕ੍ਰੀਏਟ ਕਰਦੀਆਂ ਈੜਾ ਤੇ ਪਿੰਗਲਾ ਹੀ ਕਰਦੀਆਂ। ਦੋਨੇ ਜਦੋਂ ਤੱਤੀਆਂ ਠੰਡੀਆਂ ਜਾਂ ਚਿਮੜਦੀਆਂ ਤਾਂ ਜਾ ਕੇ ਤੇ ਇੱਕ ਐਟੋਮਿਕ ਵਿਸਫੋਟ ਹੁੰਦਾ ਵਾ ਅੰਦਰ, ਉਹਦਾ ਸਾਊਂਡ ਹੈ ਨਾਦ। ਟੂ 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 ਟੂ, ਉਹ ਇੱਕ ਨਾਦ ਜਿਹਾ ਵੱਜਦਾ। ਪੰਜ ਸ਼ਬਦ, ਮਤਲਬ ਮੈਂ ਸੋਚਦਾ ਵਾਂ ਕਿ ਜਿਹੜੇ ਪੰਜ ਸ਼ਬਦ ਕਹੇ ਨਾ, ਪੰਜ ਸ਼ਬਦ ਕੋਈ ਵੱਖਰੀ ਕੋਈ ਸਾਊਂਡ ਨਹੀਂ ਹੈਗੀ। ਉਹ ਇਸ ਨਾਦ ਦੇ ਵਿੱਚ ਹੀ ਉਹ ਪੰਜ ਕਿਸਮ ਦੀਆਂ ਨਾ ਮਤਲਬ ਧੁਨਾਂ ਨਿਕਲਦੀਆਂ ਹੋਣਗੀਆਂ। ਮੈਂ ਫਿਰ ਸੁਣਦਾ ਅੱਜ ਏਅਰ ਪਲਾਗ ਲਾ ਕੇ, ਤੇ ਰਾਤ ਨੂੰ ਸੰਗਤ ਦੇ ਸਾਹਮਣੇ ਫਿਰ ਇਹ ਚੀਜ਼ ਦੇ ਬਾਰੇ ਗੱਲ ਕਰਨੀ, ਕਿਉਂਕਿ ਲੋਕੀ ਨਾ ਐਵੇਂ ਗਲਤ ਪ੍ਰਚਾਰ ਕਰੀ ਜਾਂਦੇ। ਨੀਮ ਹਕੀਮ ਖਤਰੇ ਜਾਣ, ਪਤਾ ਕੁਛ ਨਹੀਂ ਹੈ। ਨਾਦ ਦਾ ਕੋਈ ਕੰਮ ਨਹੀਂ ਹੈ ਭਾਜੀ, ਜੱਪੇ ਜਾਪ ਦਾ ਕੋਈ ਕੰਮ ਨਹੀਂ ਹੈਗਾ ਜੀ। ਜਾਪ ਦਾ ਵੀ ਕੋਈ ਕੰਮ ਨਹੀਂ ਹੈਗਾ ਜੀ। ਮੇਨ ਇੱਕੋ ਹੀ ਕੰਮ ਹੈਗਾ, ਵਿਚਾਰਾਂ ਤੋਂ ਮੁਕਤ ਹੋ ਜਾਓ ਬਸ। ਜਿਹੜੀ ਵਿਚਾਰਾਂ ਤੋਂ ਮੁਕਤ ਅਵਸਥਾ ਨਾ, ਉਹੀ ਆਤਮਾ ਵਾ। ਔਰ ਆਤਮਾ ਕੋਈ ਵੱਖਰੀ ਚੀਜ਼ ਨਹੀਂ ਹੈ, ਆਤਮਾ ਹੀ ਪਰਮਾਤਮਾ ਹੈ, ਕੋਈ ਵੱਖਰੀ ਚੀਜ਼ ਨਹੀਂ ਹੈ। ਪਰਮਾਤਮਾ ਹੈ ਤੇ ਬ੍ਰਹਮ ਹੀ ਹੈ ਸਾਰਾ, ਪਰ ਬ੍ਰਹਮ ਨੂੰ ਆਪਾਂ ਨੂੰ ਬਾਣੀ ਵਿੱਚ ਲਿਖਿਆ ਨਹੀਂ ਆ। ਕਹਿੰਦਾ ਕਿ ਪੂਰਨ ਤੂੰ ਪਰਮਾਤਮਾ ਘਟ ਘਟ ਰਿਹਾ ਸਮਾਏ, ਜਿਉ ਮਨ ਦੀ ਕੇ ਪਾਤ ਮੈਂ ਲਾਲੀ ਲਖੀ ਨਾ ਜਾਏ। ਕਿ ਹੈ ਤੇ ਪਰਮਾਤਮਾ ਪੂਰਨ ਹੈ, ਘਟ ਘਟ ਦੇ ਵਿੱਚ ਸਮਾਇਆ ਹੋਇਆ ਹੈ, ਪਰ ਤਦ ਤੱਕ ਉਹ ਪ੍ਰਗਟ ਨਹੀਂ ਹੁੰਦਾ ਜਿੰਨਾ ਚਿਰ ਤੱਕ ਉਹ ਮਹਿੰਦੀ ਦੇ ਪੱਤੇ ਨੂੰ ਰਗੜੀਏ ਨਾ, ਮਸਲੀਏ ਨਾ, ਉਹਨਾਂ ਚਿਰ ਤੱਕ ਉਹ ਪ੍ਰਗਟ ਨਹੀਂ ਹੁੰਦਾ। ਤੇ ਇਹੋ ਚੀਜ਼ ਹੈਗੀ, ਹੁਣ ਤੁਹਾਡੇ ਕੋਲ ਸਾਧਨਾ ਕਰਾਈ ਜਾ ਰਹੀ ਹੈ, ਉਸ ਨੂੰ ਪ੍ਰਗਟ ਕਰਨ ਦੀ ਵਿਧੀ ਹੈ। ਬਿਨਾਂ ਵਿਧੀ ਤੋਂ ਕੁਝ ਵੀ ਨਹੀਂ। ਸੰਸਾਰ ਵੇਖ ਲਓ, ਉਹਨੇ ਹਰ ਚੀਜ਼ ਨੂੰ, ਵੇਖੋ ਪਾਣੀ ਵੀ ਨੇ ਤਿਆਰ ਕੀਤਾ, ਵਿਧੀ ਨੇ ਤਿਆਰ ਕੀਤੇ, ਫਾਰਮੂਲੇ ਆ। ਅਸੀਂ ਪਾਣੀ ਨਹੀਂ ਤਿਆਰ ਕਰ ਸਕਦੇ, ਕਿ ਸਾਡੀ ਅਸੀਂ ਇਹ ਆ ਕਿ ਉਹਦੀਆਂ ਦਿੱਤੀਆਂ ਦਾਤਾਂ ਨੂੰ ਜੋੜ ਕੇ ਪਾਣੀ ਚੀਜ਼ ਬਣਾ ਸਕਦੇ ਹਾਂ, ਪਰ ਪਾਣੀ ਤਿਆਰ ਨਹੀਂ ਕਰ ਸਕਦੇ ਅਸੀਂ। ਹਵਾ 'ਚ ਕਿੱਦਾਂ ਕਰ ਦਾਂਗੇ ਅਸੀਂ? ਪਰ ਇਹ ਪਰਮਾਤਮਾ ਕਰ ਦਿੰਦਾ ਜੀ। ਆਕਸੀਜਨ ਉਹ ਬਣਾ ਦਿੰਦਾ ਵਾ। ਵੇਖੋ ਆਕਸੀਜਨ ਵੀ ਕੀ ਹੈ, ਕੈਮੀਕਲ ਹੀ ਹੈ। ਉਹ ਪੌਦਿਆਂ ਦੇ ਵਿੱਚ ਉਹਨੇ ਐਸੀ ਸਿਸਟਮ ਫਿੱਟ ਕੀਤਾ ਵਾ, ਉਹ ਜੋ ਵੀ ਹਾਈਡਰੋਜਨ ਨੂੰ ਖਾ ਕੇ ਧੂੰਆਂ ਖਾਈ ਜਾਂਦੇ ਆ, ਤੇ ਉਹਨੂੰ ਆਕਸੀਜਨ 'ਚ ਕਨਵਰਟ ਕਰੀ ਜਾਂਦੇ ਆ। ਇਹ ਸਭ ਕਿਉਂਕਿ ਉਹਦੇ ਫਾਰਮੂਲੇ ਨੇ ਪਰਮਾਤਮਾ ਦੇ। ਆਪਾਂ ਉਹ ਫਾਰਮੂਲਿਆਂ ਨੂੰ ਡੀਕੋਡ ਕਰ ਲਿਆ। ਆਪਾਂ ਆਕਸੀਜਨ ਨੂੰ ਪਤਾ ਲੱਗ ਜਾਂਦਾ ਕਿ ਪੇੜ ਪੌਦੇ ਜਿਹੜੇ ਦਿਨੇ ਧੁੱਪ ਤੋਂ ਆਕਸੀਜਨ ਕ੍ਰੀਏਟ ਕਰਦੇ ਆ, ਉਹ ਧੁੱਪ ਵੱਜਦੀ ਪੱਤਿਆਂ 'ਤੇ, ਪੱਤੇ ਆਬਜ਼ਰਵ ਕਰਦੇ ਆ, ਬਾਅਦ ਦੇ ਵਿੱਚ ਫਿਰ ਉਹਨੂੰ ਆਕਸੀਜਨ ਬਣਾਈ ਜਾਂਦੇ। ਇਸੇ ਹੀ ਤਰ੍ਹਾਂ ਪਰਮਾਤਮਾ ਜਿਹੜੀ ਇੱਕ ਚੀਜ਼ ਹੈ ਨਾ, ਵੇਖੋ ਮਹਿੰਦੀ ਦੇ ਵਿੱਚ ਸਮਾਇਆ ਹੈ ਤੂੰ, ਬਾਣੀ ਕਹਿ ਰਹੀ ਹੈ ਤੂੰ ਸਮਾਇਆ ਹੈ, ਔਰ ਉਸ ਚੀਜ਼ ਨੂੰ ਡੀਕੋਡ ਕਰਨਾ ਪਵੇਗਾ। ਜਿੰਨਾ ਚਿਰ ਡੀਕੋਡ ਨਹੀਂ ਕਰਦੇ ਤਦ ਤੱਕ ਉਹ ਪ੍ਰਗਟ ਨਹੀਂ ਹੋਣਾ। ਭਾਜੀ ਇੱਕ ਫਾਰਮੂਲਾ ਮੈਂ ਤੁਹਾਨੂੰ ਦੇ ਦਿੰਦਾ, ਤੁਸੀਂ ਮੈਨੂੰ ਦੇ ਦਿਓ ਕਿ ਚਰਨਜੀਤ ਫਲਾਨੀ ਚੀਜ਼ ਨਾਲ ਮੈਡੀਕਲ ਦੀ ਲਾਈਨ ਦੀ ਚੀਜ਼ ਹੈ ਯਾਰ, ਇੱਦਾਂ ਕਰ ਲਾ। ਹੁਣ ਮੈਂ ਘਰੇ ਬੈਠਾ ਪੇਪਰ 'ਤੇ ਲਿਖੀ ਜਾਂਦਾ, ਪਰ ਮੈਨੂੰ ਜਦ ਤੱਕ ਉਹਨੂੰ ਪ੍ਰੈਕਟੀਕਲ ਨਹੀਂ ਕਰਦਾ ਤਦ ਤੱਕ ਉਹਦਾ ਭਾਜੀ ਮੈਨੂੰ ਕੁਛ ਨਹੀਂ ਜੇ ਪਤਾ ਲੱਗਣਾ। ਮੈਨੂੰ ਪ੍ਰੈਕਟੀਕਲ ਕਰਨਾ ਪਊਗਾ। ਜਦੋਂ ਮੈਂ ਪ੍ਰੈਕਟੀਕਲ ਕਰਾਂਗਾ, ਫਿਰ ਮੇਰੀ ਅਕਲ ਦੇ ਵਿੱਚ, ਦਿਮਾਗ ਦੇ ਵਿੱਚ, ਮੇਰੇ ਅੰਦਰ ਉਹ ਚੀਜ਼ ਦਾ ਵਿਸਥਾਰ ਵਧਣਾ ਹੈ, ਫਿਰ ਮੈਨੂੰ ਗਿਆਨ ਹੋਣਾ ਉਹ ਚੀਜ਼ ਦਾ। ਇਸੇ ਤਰ੍ਹਾਂ ਹੀ ਸਾਧਨਾ ਕੀ ਹੈ, ਤੁਹਾਡੇ ਕੋਲ ਪ੍ਰੈਕਟੀਕਲੀ ਤੇ ਕਰਵਾ ਰਹੇ ਆ। 2-4 ਮਿੰਟ ਵਾਹਿਗੁਰੂ ਦਾ ਜਾਪ ਕਰੋ, ਫਿਰ ਚੁੱਪ ਹੋ ਜਾਓ। ਕਿ ਮਨ ਨੂੰ ਕਰਕੇ ਹੀ, ਕਿਰਿਆ ਕਰਕੇ ਹੀ, ਇੱਕਦਮ ਕਿਰਿਆ 'ਚ ਨਹੀਂ ਲੈ ਕੇ ਜਾ ਸਕਦੇ। ਮਨ ਨੂੰ ਕਿੱਦਾਂ ਲੈ ਕੇ ਜਾਓਗੇ? ਤੁਹਾਨੂੰ ਸਾਧਨਾ ਕਰਾਉਂਦੇ ਸੀ 2 ਮਿੰਟ ਇੱਕੋ ਸ਼ਬਦ ਦਾ ਜਾਪ ਕਰਨਾ। ਹੁਣ ਤੂੰ ਭਾਵੇਂ 5-6 ਸ਼ਬਦ ਦੇ ਦਾਂ, ਭਾਈ ਮਨ ਤੇ ਅੱਗੇ ਬੜਾ ਕਨਫਿਊਜ਼ ਹੈ, ਉੱਤੇ ਨੇ ਹੋਰ ਕਨਫਿਊਜ਼ ਹੋ ਜਾਣਾ। ਇੱਕ ਸ਼ਬਦ ਆ, ਸੈਲਫ ਮਾਰੀ ਚੁੱਪ ਹੋ ਜਾਓ। ਸੈਲਫ ਮਾਰੀ ਚੁੱਪ ਹੋ ਜਾਓ। ਤੁਸੀਂ ਗੱਡੀ ਨੂੰ ਸਟਾਰਟ ਕਰਨ ਦਾ ਤਰੀਕਾ ਵੇਖਿਆ ਨਾ ਆਪਾਂ, ਸੈਲਫ ਮਾਰੀ ਦੀ ਸਿਆਲ 'ਚ ਨਹੀਂ ਸਟਾਰਟ ਹੋਈ, ਫਿਰ ਵੇਟ ਕਰੀਦਾ 5-6 ਸੈਕਿੰਡ, ਨਹੀਂ ਸਟਾਰਟ ਹੋਈ, ਫਿਰ ਸੈਲਫ ਮਾਰੀ ਦੀ। ਇੱਕ ਸਮਾਂ ਆਉਂਦਾ ਤੁਹਾਡਾ ਜਿਹੜਾ ਇੰਜਣ ਆ ਉਹ ਹੀਟ, ਉਹਦੇ ਅੰਦਰ ਇਨਫ ਹੀਟ ਹੋ ਜਾਂਦੀ ਹੈ, ਹੀਟਰ ਵੀ ਲਾਈਦਾ, ਫਿਰ ਉਹ ਕੀ ਹੁੰਦਾ, ਇੰਜਣ ਆਪਣੇ ਆਪ ਹੀ ਚੱਲ ਪੈਂਦਾ ਹੈ। ਇਸੇ ਤਰ੍ਹਾਂ ਤੁਹਾਡੇ ਅੰਦਰ ਇੱਕ ਇੰਜਣ ਹੈ, ਸੁੰਨ ਦਾ ਇੰਜਣ। ਸਾਧਨਾ 'ਚ ਕੁਛ ਵੀ ਨਹੀਂ ਲੱਭਿਆ ਜੋਗੀਆਂ ਨੇ ਜਾਂ ਸੰਤਾਂ ਨੇ, ਗੁਰੂਆਂ ਨੇ, ਉਹਨਾਂ ਨੇ ਇਹੋ ਹੀ ਲੱਭਿਆ ਕਿ ਮਨ ਨੂੰ ਰੋਕਣਾ ਕਿੱਦਾਂ।
ਮਨ ਦੀ ਗਤੀ ਰੋਕਣੀ ਕਿੱਦਾਂ। ਹੋਰ ਕੁਛ ਵੀ ਨਹੀਂ ਲੱਭਿਆ ਅਜੇ ਤੱਕ ਸ੍ਰਿਸ਼ਟੀ ਦੇ ਉੱਤੇ। ਕੋਈ ਇਹ ਗੱਲਾਂ ਕਰਨੀਆਂ ਆਸਾਨ ਹੈ। ਮੈਂ ਸਾਰੀ ਚੀਜ਼ਾਂ ਨੂੰ ਵੇਖ ਰਿਹਾ ਵਾ, ਅੰਦਰ ਜਾ ਕੇ ਪੜ੍ਹ ਲਿਆ ਵਾ। ਇੱਕੋ ਹੀ ਤਰੀਕਾ ਦੱਸਿਆ ਜਾ ਰਿਹਾ ਹੈ ਕਿ ਹੁਣ ਜਿਹੜਾ ਵਿਚਾਰਾਂ ਤੋਂ ਮੁਕਤ ਹੋਣ ਦਾ ਤਰੀਕਾ ਕੀ ਹੈ, ਪਰਮਾਤਮਾ ਦਾ ਹੁਕਮ ਕਿਉਂ ਸਮਝਣਾ ਪੈਣਾ ਆਪਾਂ ਨੂੰ। ਉਹਦਾ ਕਾਰਨ ਇਹੋ ਹੀ, ਉਹਦਾ ਮਨ ਛੱਡ ਨਹੀਂ ਸਕਦਾ ਵਿਚਾਰਾਂ ਨੂੰ। ਉਹਨੂੰ ਕਹੋ ਨਾ ਜ਼ਿੰਦਗੀ 'ਚ ਕਈ ਨੁਕਸਾਨ ਹੋ ਗਏ, ਉਹ ਛੱਡਦਾ ਮਨ। ਜਦੋਂ ਆਪਾਂ ਇੰਨੀ ਗੱਲ ਕਹਿੰਦੇ ਹਾਂ ਕਿ ਪਰਮਾਤਮਾ ਦਾ ਹੁਕਮ ਹੈ, ਤੇ ਗੱਲ ਸਮਝ ਆ ਜਾਂਦੀ ਹੈ ਆਪਣੇ। ਉਹ ਚੀਜ਼ ਉਸ ਟਾਈਮ ਰੁਕ ਜਾਂਦੀ ਆ। ਹਾਂਜੀ, ਇਹ ਚੀਜ਼ ਜਿਹੜੀ ਹੈਗੀ ਨਾ, ਇਹ ਪਰਮਾਤਮਾ ਦਾ ਹੁਕਮ ਹੈ, ਇਸ ਕਰਕੇ ਇਹ ਚੀਜ਼ ਗੱਲ ਬਣ ਨਹੀਂ ਰਹੀ। ਇੰਨੀ ਗੱਲ ਜੇ ਬਸ। ਤੇ ਜੇ ਬਾਕੀ ਜਿਹੜਾ ਕਹਿੰਦੇ ਢੋਲਕੀਆਂ ਛੈਣੇ, ਤੁੰਬੀ ਦੀ ਆਵਾਜ਼, ਢੋਲਾਂ ਦੀ ਆਵਾਜ਼, ਤਬਲੇ ਦੀ ਆਵਾਜ਼, ਸਰੰਗੀਆਂ ਵੱਜਣ ਦੀਆਂ ਨੇ, ਇਹ ਸਭ ਝੂਠ ਹੈ। ਕੋਈ ਅੰਦਰ ਇਦਾਂ ਦੀ ਸਰੰਗੀ ਨਹੀਂ। ਪਰਮਾਤਮਾ ਤੁਹਾਡੇ ਲਈ ਢੋਲ ਵਜਾਵੇ, ਤੁਹਾਡੇ ਲਈ ਸਰੰਗੀਆਂ ਵਜਾਵੇ ਨਾ, ਕੁਛ ਨਹੀਂ ਹੈਗਾ ਜੀ। ਜੋ ਹੈਗਾ ਦ੍ਰਿਸ਼ਟਮਨ ਜਗਤ 'ਚ ਹੈਗਾ ਜੀ, ਇੱਥੇ ਸਾਹਮਣੇ ਦਿੱਤਾ ਪਿਆ। ਬੰਦਾ ਜੀਂਦੇ ਜੀ ਮੁਕਤ ਹੁੰਦਾ। ਤੁਹਾਡਾ ਜੀਵਨ ਦਾ ਆਚਾਰ ਕੀ ਨੇ, ਤੁਸੀਂ ਕਰਦੇ ਕੀ ਪਏ ਜੋ, ਤੁਸੀਂ ਸਾਧਨਾ ਕਰਦੇ ਜੋ, ਤੁਹਾਡੀ ਜ਼ਿੰਦਗੀ 'ਚ ਕੀ ਫਰਕ ਆ ਰਿਹਾ, ਤੁਸੀਂ ਸੱਚੀ ਸੁਧਰਦੇ ਪਏ ਜੋ। ਤੇ ਜੇ ਤੁਸੀਂ ਉਸੇ ਤਰ੍ਹਾਂ ਬੈਠੇ ਜੋ, ਉਸੇ ਤਰ੍ਹਾਂ ਹੀ ਚੋਰੀਆਂ, ਠੱਗੀਆਂ, ਝੂਠ, ਪਾਪ ਸਭ ਕਰ ਰਹੇ ਜੋ, ਤੇ ਫਿਰ ਤੇ ਨਾਮ ਜਪੇ ਦਾ ਮਤਲਬ ਹੈ ਕਿ ਤੁਹਾਡੇ ਅੰਦਰ ਜਿਹੜਾ ਨਾਮ ਹੈ ਉਹ ਅਸਲੀ ਨਹੀਂ ਆ। ਇੱਦਾਂ ਨਹੀਂ ਹੁੰਦਾ ਅੰਬਰਪਾਲ ਜੀ, ਤੁਸੀਂ ਬਲਬ ਚਾਲੂ ਕੀਤਾ ਤੇ ਹਨੇਰਾ ਨਹੀਂ ਗਿਆ। ਤੁਸੀਂ ਬਲਬ ਚਾਲੂ ਕੀਤਾ, ਹਨੇਰਾ ਗਿਆ, ਇੰਨੀ ਕੁ ਗੱਲ ਹੈਗੀ ਹੈ ਬਸ। ਪਰ ਜੇ ਤੁਸੀਂ ਬਲਬ ਚਾਲੂ ਕੀਤਾ ਵਾ, ਹਨੇਰਾ ਨਹੀਂ ਜਾ ਰਿਹਾ, ਇਹਦਾ ਮਤਲਬ ਤੁਹਾਡੇ ਬਲਬ 'ਚ ਗੜਬੜ ਜੇ। ਤੁਸੀਂ ਭਰਮ ਦਾ ਬਲਬ ਚਾਲੂ ਕਰ ਲਿਆ ਜੇ, ਨਕਲੀ ਬਲਬ। ਇਲੂਸ਼ਨ ਕਹਿੰਦੇ ਆ ਉਹਨੂੰ, ਸੈਲਫ ਹਿਪਨੋਟਾਈਜ਼। ਬੰਦਾ ਆਪਣੇ ਆਪ ਨੂੰ ਸਮੋਹਨ ਕਰ ਲੈਂਦਾ ਹੈ। ਬੰਦਾ ਰਾਤ ਨੂੰ ਸੁਪਨਿਆਂ 'ਚ ਕਿੱਥੇ ਕੋਈ ਉਹ ਕਾਰਾਂ, ਅੱਜ ਮੈਨੂੰ ਸੁਪਨਾ ਮੰਨ ਲਓ ਆ ਗਿਆ, ਮੈਂ ਟਰੱਕਾਂ ਤੇ ਬੱਸਾਂ ਦਾ ਮਾਲਕ ਬਣਿਆ ਪਿਆ, ਮੇਰੇ ਜਹਾਜ਼ ਵੀ ਹੈਗੇ ਆ, ਮੇਰਾ ਇੰਨੇ ਆਈਲੈਂਡ ਹੈਗੇ ਆ, ਤੇ ਸਵੇਰੇ ਉੱਠਦਾ ਤੇ ਕਿੱਥੇ ਗਏ ਆ, ਕਿੱਥੇ ਨਹੀਂ ਉਹ ਸਾਰੇ ਆਈਲੈਂਡਸ। ਤੁਸੀਂ ਆਪਣੇ ਪੁਰਾਣੇ ਜੀਵਨ ਨੂੰ ਵੇਖੋ ਭਾਜੀ, ਇੱਕ ਸੁਪਨੇ ਤੋਂ ਵੱਧ ਨਹੀਂ ਆ ਸੰਸਾਰ। ਪਿੱਛੇ ਮਾਰੋ ਨਜ਼ਰ, ਆ ਕੀ ਘਰ ਹੀ ਬਣਾਇਆ ਵਾ, 2-4 ਬੱਚੇ ਨੇ ਪਾਲੇ, ਹੋਰ ਕੀ ਹੈ। ਜੇ 2-4 ਕਿੱਲੇ ਜ਼ਮੀਨ ਲੈ ਲਈ ਹੋਊਗੀ, ਜਾਂ ਬੈਂਕ 'ਚ 20-25-50 ਲੱਖ ਰੁਪਏ ਖਾਤੇ 'ਚ ਪਿਆ ਹੋਊਗਾ, ਹੋਰ ਕੀ ਹੈ ਜ਼ਿੰਦਗੀ 'ਚ, ਪ੍ਰਾਪਤੀ ਕੀ ਹੈ। ਇਸੇ ਲਈ ਸੰਸਾਰ ਨੂੰ ਮਾਇਆ ਕਿਹਾ ਗਿਆ, ਕਿਤੇ ਲੱਭਣਾ ਕੁਛ ਵੀ ਨਹੀਂ ਹੈ। ਤੁਹਾਨੂੰ ਕੀ ਲੱਭਣਾ, ਤੁਹਾਡੀ ਉਮਰ ਚਲੋ 50 ਸਾਲ ਲਾ ਲਓ, 55 ਸਾਲ ਲਾ ਲਓ। ਹੁਣ 70 ਸਾਲ ਦੇ ਬਜ਼ੁਰਗ ਨੂੰ ਪੁੱਛ ਕੇ ਵੇਖ ਲਓ, ਉਹਨੂੰ ਤੈਨੂੰ ਕੀ ਪ੍ਰਾਪਤ ਹੋਇਆ, ਕੁਛ ਲੱਭਿਆ ਹੀ? ਉਹ ਕਹੇਗਾ ਭਾਜੀ ਕੁਛ ਨਹੀਂ ਲੱਭਿਆ। ਜਿਨ੍ਹਾਂ ਲਈ ਜੀਵਨ ਬਤੀਤ ਕੀਤਾ, ਸਗੋਂ ਉਹਨਾਂ ਨੇ ਮਾਰ ਲੱਤਾਂ ਘਰੋਂ ਕੱਢਿਆ ਹੀ ਮੈਨੂੰ, ਇਹ ਜੋ ਸੱਚ। ਪਰ ਬੰਦਾ ਜਿੱਦਾਂ ਵੇਖਿਆ ਨਹੀਂ, ਰੇਸ਼ਮ ਦਾ ਕੀੜਾ ਨਾ ਪਿਆਰ ਦੇ ਵਿੱਚ, ਮੋਹ ਦੇ ਵਿੱਚ ਕਿੱਦਾਂ ਫਸ ਜਾਂਦਾ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਭ ਤੋਂ ਖਤਰਨਾਕ ਜੇ। ਕ੍ਰੋਧ ਤੇ ਏਡਾ ਚੰਡਾਲ ਆ ਨਾ। ਤੁਹਾਨੂੰ ਜੇ ਸੰਗਤ ਜੀ ਕਿਸੇ ਨੂੰ ਜੇ ਕ੍ਰੋਧ ਆਉਂਦਾ ਨਾ, ਉਹ ਮੇਰੇ ਤੋਂ ਅਰਦਾਸ ਜ਼ਰੂਰ ਕਰਾਵੇ। ਉਹਨੇ ਕ੍ਰੋਧ ਨੇ ਤੁਹਾਨੂੰ ਛੱਡਣਾ ਨਹੀਂ ਜੇ। ਉੱਦਾਂ ਇਹ ਗੱਲ ਮੈਂ ਤੁਹਾਨੂੰ ਯਾਦ ਰੱਖਣਾ, ਇਹ ਭਾਵਨਾਵਾਂ ਤੁਹਾਡੇ ਮਨ ਦੀ, ਤੁਹਾਡੇ ਅੰਦਰ ਇੱਕ ਕਾਰਨ ਸਰੀਰ ਦੇ ਅੰਦਰ ਇੱਕ ਲੇਅਰ ਬਣੀ ਆ, ਉਸਨੇ ਅਰਦਾਸ ਤੋਂ ਬਿਨਾਂ ਨਸ਼ਟ ਨਹੀਂ ਹੋਣਾ ਜੇ। ਜੇ ਤੁਸੀਂ ਖੁਦ ਲੜਦੇ ਪਏ ਜੇ ਨਾ ਕ੍ਰੋਧ ਨਾਲ, ਜਾਂ ਤੁਹਾਨੂੰ ਕਾਮ ਪਰੇਸ਼ਾਨ ਕਰਦਾ ਵਾ, ਅਰਦਾਸ ਕਰਵਾਓ ਮੇਰੇ ਤੋਂ ਇੱਕ ਵਾਰੀ। ਮਤਲਬ ਕਿ ਤੁਹਾਡੇ ਨੂੰ ਪਰੇਸ਼ਾਨ ਕਰਦੀ, ਉਹ ਚੀਜ਼ ਤੁਹਾਨੂੰ ਛੱਡ ਕੇ ਚੱਲ ਜੇਗੀ। ਉਹ ਕੁਛ ਵੀ ਨਹੀਂ ਹੈਗਾ। ਤੁਸੀਂ ਉਹਨੂੰ ਨੱਪ ਸਕਦੇ ਜੋ, ਉਹਨੂੰ ਰੋਕ ਸਕਦੇ ਜੋ? ਨਹੀਂ, ਨਾ 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 ਨਾ। ਤੇ ਸਾਧ ਸੰਗਤ ਜੀ, ਬਾਕੀ ਜਿਹਦੀ ਸੁਰਤੀ ਨਹੀਂ ਨਾ ਲੱਗ ਰਹੀ, ਉਹਨੂੰ ਮੈਂ ਤਰੀਕਾ ਦੱਸਦਾ ਉਹ ਕਿੱਦਾਂ ਲੱਗੇਗੀ। ਜਿਹੜੇ ਵੀ ਬੰਦੇ ਦੀ ਸੁਰਤੀ ਨਹੀਂ ਲੱਗ ਰਹੀ, ਰਾਤ ਨੂੰ ਸਾਧਨਾ 'ਚ ਪ੍ਰਵੇਸ਼ ਕਰਾਉਣ ਤੋਂ ਪਹਿਲਾਂ, ਜਦ ਤੁਸੀਂ ਆਪ ਬਹਿਣਾ ਵਾ, ਧਰਤੀ ਤੇ ਲੰਮੇ ਪੈਣਾ ਵਾ, ਮੱਥਾ ਆਪਣਾ ਧਰਤੀ ਤੇ ਲਾ ਦਿਓ, ਦੋਨੋਂ ਤਲੀਆਂ ਜਿਹੜੀਆਂ ਹੱਥ ਦੀਆਂ ਉਹ ਵੀ ਧਰਤੀ ਤੇ ਲਾ ਦਿਓ, ਫਰਸ਼ ਤੇ ਲੰਮੇ ਪੈ ਜਾਓ। ਅਰਦਾਸ ਕਰੋ, ਮੇਰੇ ਪਿਤਾ, ਹੇ ਮੇਰੇ ਮਾਲਿਕ, ਕੁਛ ਕਰੋ, ਮੈਨੂੰ ਤਾਰੋ, ਮੇਰੇ ਜੀਵਨ 'ਚ ਕੁਛ ਮਿਠਾਸ ਲੈ ਕੇ ਆਓ, ਕੁਛ ਲੈ ਕੇ ਆਓ, ਤਾਂ ਜੋ ਜੀਵਨ ਦੇ ਵਿੱਚ ਕੁਛ ਬਣ ਜਾਵੇ, ਕੁਛ ਪ੍ਰਾਪਤੀ ਹੋ ਜਾਵੇ, ਕੁਛ ਲੱਭ ਜਾਵੇ ਮੇਰੇ ਪਿਤਾ। ਬੜਾ ਵਧੀਆ ਮੌਕਾ ਮਿਲਿਆ ਜੋ ਤੁਹਾਨੂੰ, ਐਡਾ ਵਧੀਆ ਟੌਪ ਦਾ ਮੌਕਾ ਨਾ ਇਹ ਸ੍ਰਿਸ਼ਟੀ ਤੇ, ਐਡਾ ਸ਼ਾਨਦਾਰ ਮੌਕਾ ਤੇ ਕਰਮ ਵਾਲੇ ਨੂੰ ਮਿਲਦਾ, ਸਿੱਧਾ ਪਰਮੇਸ਼ਰ ਦੇ ਘਰ। ਤੁਸੀਂ ਸਾਧਨਾ ਕਰਨੀ ਆ, ਜਿੱਦਾਂ ਮੈਂ ਦੱਸ ਰਿਹਾ ਉਸੇ ਤਰ੍ਹਾਂ ਹੀ ਕਰਦੇ ਰਹੋ। ਕਾਫੀ ਸਰੀਰ ਵੇਖੋ, ਕਿੰਨੇ ਸਰੀਰ ਨੇ, 60-70 ਸਰੀਰ ਤੋਂ ਵੱਧ ਨੇ, ਜਿਹੜੇ 100-150 ਸਰੀਰ ਹੈ ਮੇਰੇ ਹਿਸਾਬ ਨਾਲ। ਕੋਈ ਤੇ ਵਿਚਾਰੇ ਬਜ਼ੁਰਗ, ਉਹਨਾਂ ਨੂੰ ਪਤਾ ਹੀ ਨਹੀਂ ਹੈ ਇੱਕ ਇੱਦਾਂ ਸੰਗਤ 'ਚ ਜੁਆਇਨ ਕਰਨਾ ਵਾ। ਮੈਨੂੰ ਦੱਸਦੇ ਤੇ ਹੈ ਵਿਚਾਰੇ, ਤੇ ਮੈਂ ਫਿਰ ਵੀ ਗਾਈਡ ਕਰ ਰਿਹਾ। ਪਰ ਬੱਚੇ ਵੀ ਅੱਜ ਕੱਲ੍ਹ ਮੰਨਦੇ ਨਹੀਂ ਕਿਸੇ ਦਾ ਕਹਿਣਾ। ਬੱਚੇ, ਤੁਹਾਨੂੰ ਪਤਾ ਬੱਚੇ ਤੇ ਉਹ ਰੂਹਾਂ ਕੀਤਾ ਕਿੱਥੋਂ ਦੀਆਂ ਨੇ। ਉਹ ਛੋਟਾ ਬੱਚਾ ਵਾ, ਤੁਸੀਂ ਸੋਚਦੇ ਜੇ ਮੇਰਾ ਕਰੀ ਜਾਂਦੇ। ਉਹ 16-17 ਸਾਲ ਦਾ ਜਦੋਂ ਹੋਇਆ, ਤੁਹਾਨੂੰ ਉਹਨੇ ਅੱਖਾਂ ਵਿਖਾਉਣੀਆਂ। ਛੋਟਾ ਬੱਚਾ ਕਹਿੰਦਾ ਮੇਰੇ ਪਿਓ ਵਰਗਾ ਗਿਆਨੀ ਕੋਈ ਨਹੀਂ, ਮਾਸਾ ਕੋਈ ਨੂੰ ਹੋਸ਼ ਆਉਂਦੀ, ਉਹ ਮੁੜ ਕੇ ਨੂੰ ਪਤਾ ਲੱਗਦਾ ਕਿ ਮੇਰੇ ਪਿਓ ਵਰਗਾ ਮੂਰਖ ਕੋਈ ਨਹੀਂ।
ਮਾਂ ਨੂੰ ਕਹਿੰਦੇ ਤੈਨੂੰ ਅਕਲ ਨਹੀਂ ਹੈਗੀ, ਕਿਉਂਕਿ ਰੂਹਾਂ ਅੰਦਰ ਕਿਹੜੀਆਂ ਨੇ, ਉਹ ਜਿਹੜੇ ਕਾਰਨ ਸਰੀਰ ਦੇ ਅੰਦਰ ਜੋ ਵੀ ਹੈਗੇ ਨੇ ਸੰਸਕਾਰ, ਜਦੋਂ ਉਹ ਪ੍ਰਗਟ ਹੋਏ ਉਹਨਾਂ ਤੁਹਾਨੂੰ ਦੱਸਣਾ ਵਾ ਅਸਲ 'ਚ ਕਿ ਭੋਲਿਆ ਅਸੀਂ ਤੇਰੇ ਕੁਛ ਨਹੀਂ ਹੈਗੇ, ਤੇ ਐਵੇਂ ਨਾ ਮੋਹ ਪਾਈ ਜਾ, ਤੂੰ ਆਪਣਾ ਚੁੱਕ ਆਪਣਾ ਸਮਾਨ ਤੇ ਸਾਧਨਾ ਸੁਧਨਾ ਕਰਕੇ ਕਿ ਸਾਈਡ ਤੇ ਪਹੁੰਚ ਜਾ। ਇਹ ਸੰਸਾਰ ਹੈ ਹੀ ਆ, ਇਹ ਜਗਤ ਹੈ ਹੀ ਦੇਖਣਾ ਹੈ, ਜਗਤ ਤਮਾਸ਼ਾ, ਇਹ ਜਗਤ ਹੈ ਹੀ ਤਮਾਸ਼ਾ ਹੀ ਹੈ। ਤਮਾਸ਼ਾ ਜਿੱਦਾਂ ਜਾਦੂਗਰ ਦੇ ਤਮਾਸ਼ੇ 'ਚੋਂ ਕਿਸੇ ਚੀਜ਼ ਦੀ ਪ੍ਰਾਪਤੀ ਨਹੀਂ ਹੁੰਦੀ, ਇੱਥੇ ਤੁਹਾਨੂੰ ਕੁਛ ਵੀ ਨਹੀਂ ਜੇ ਮਿਲਣਾ। ਕਿਤੇ ਨਾ ਸੋਚ ਲਿਓ ਕਿਤੇ 10-20 ਕਿੱਲੇ 100 ਕਿੱਲਾ ਪੈਲੀ ਇਕੱਠੀ ਕਰ ਲਈ, ਉਹ ਭਾਜੀ ਪੈਲੀ ਨੂੰ ਕਿਤੇ ਮੱਥੇ 'ਚ ਮਾਰਨਾ ਜੋ, ਕਿੱਥੇ ਖੜਨਾ ਜੋ ਪੈਲੀ, ਖਾਣੀਆਂ 2 ਰੋਟੀਆਂ, ਜ਼ਿਆਦਾ ਚੱਕਰ 'ਚ ਨਾ ਪਾਓ। $500-600 ਦਾ ਕੰਮ ਅਰੇਂਜਮੈਂਟ ਕਰੋ। ਇੰਡੀਆ ਦੇ ਵਿੱਚ ਰਹਿਣਾ ਤੁਸੀਂ ਤੇ 40-35-40 ਹਜ਼ਾਰ ਰੁਪਈਆ ਤੁਹਾਨੂੰ ਮਹੀਨੇ ਦੀ ਇੰਨੀ ਕੁ ਲੋੜ ਹੈਗੀ ਹੈ, ਤੇ 5-7 ਹਜ਼ਾਰ ਰੁਪਏ ਜਮ੍ਹਾਂ ਕਰੀ ਜਾਓ, ਤੁਹਾਡੇ ਬੁਢਾਪੇ 'ਚ ਕੰਮ ਆਊਗਾ। ਇੰਨੀ ਗੱਲ ਜੇ, ਤੇ 10 ਸਾਲ ਦੇ ਨਾਲ ਲਾ ਲਓ, 10 ਸਾਲ ਨਾਲ ਕਿੰਨੇ ਕੁ ਪੈਸੇ ਚਾਹੀਦੇ ਆ, ਤੇ ਬਸ ਇੰਨੀ ਗੇਮ ਹੈ। ਆਪਾਂ ਦੇ ਚੱਕਰਾਂ 'ਚ ਪੈਣ ਦੀ ਲੋੜ ਹੀ ਨਹੀਂ ਆ। ਕਿਤੇ ਕਾਰੋਬਾਰ ਕੀ ਕਰਨੇ ਆ, ਕਾਰੋਬਾਰ ਆ ਕੇ ਮਾਇਆ ਧਾਰੀ ਅੰਨਾ ਬੋਲਾ, ਜਿੰਨੀ ਤੁਸੀਂ ਮਾਇਆ ਇਕੱਠੀ ਕੀਤੀ ਤੁਸੀਂ ਅੰਨੇ ਬੋਲੇ ਹੋ ਜਾਣਾ ਜੇ ਤੁਹਾਨੂੰ ਪਤਾ ਨਹੀਂ ਲੱਗਣਾ। ਮਾਇਆ ਕਹਿੰਦੇ ਆ ਕਿ ਪਾਪਾਂ ਬਾਜ਼ ਇਕੱਠੀ ਨਹੀਂ ਹੁੰਦੀ ਹੈ ਨਾ, ਤੇ ਮਰਿਆ ਸਾਥ ਜਾਂਦੀ ਨਹੀਂ ਆ। ਬਾਣੀ ਨੂੰ ਪੜ੍ਹੋ, ਬਾਣੀ ਨੂੰ ਵਿਚਾਰ ਕਰੋ, ਬਾਣੀ ਕੀ ਕਹਿਣਾ ਚਾਹੁੰਦੀ ਹੈ, ਕਿਉਂਕਿ ਇਹ ਜਿੰਨਾ ਤੁਸੀਂ ਆਪਣਾ ਖਿਲਾਰਾ ਪਾ ਲਿਆ, ਜਿੰਨੀਆਂ ਲੱਤਾਂ ਫਸਾਈ ਗਏ, ਉਹਨੇ ਤੁਸੀਂ ਪਰੇਸ਼ਾਨ ਹੁੰਦੇ ਜਾਣਾ। ਮੈਂ ਨਹੀਂ ਕਹਿੰਦਾ ਕਿ ਕਾਰੋਬਾਰ ਬੰਦ ਕਰਨੇ, ਜਿਹੜੇ ਤੁਹਾਡੇ ਕਾਰੋਬਾਰ ਚੱਲਦੇ ਨੂੰ ਚਲਾਓ, ਉਹਨੂੰ ਇੱਕ ਐਸਾ ਇੱਕ ਸਮਝੋ ਕਿ ਇੱਕ ਇਹ ਮੇਰੀ ਸੇਵਾ ਵਾ। ਡੀਮੋਟ ਨਹੀਂ ਮੈਂ ਕਰ ਰਿਹਾ ਕਿ ਤੁਹਾਡਾ ਦਿਲ ਤੋੜ ਰਿਹਾ ਵਾ, ਤੁਸੀਂ ਕੰਮ ਕਰੋ, ਕੋਈ ਵੀ ਫੈਕਟਰੀ ਪਾ ਲਓ, ਕਾਰੋਬਾਰ ਕਰੀ ਜਾਓ, ਪਰ ਇਹ ਨਾ ਸੋਚੋ ਕਿ ਤੁਸੀਂ ਹੁਣ ਮਤਲਬ ਲਾਲਚੀ ਨਾ ਹੋ ਜਾਓ। ਤੁਸੀਂ ਇੱਕ ਜ਼ਿੰਮੇਵਾਰੀ ਸਮਝੋ ਕਿ ਚਲੋ ਪਰਮੇਸ਼ਰ ਦੀ ਜ਼ਿੰਮੇਵਾਰੀ ਹੈ, ਇਹ ਮੈਂ ਕਾਰਜ ਕਰਨਾ ਵਾ, ਪਰ ਕਿਹਦਾ ਦਿਲ ਨਾ ਦਿਖਾਓ। ਕਿਉਂ ਨਾ ਦਿਖਾਓ? ਕਿਉਂਕਿ ਦਿਲ ਦੇ ਵਿੱਚ ਹੈਗਾ ਜੇ ਪ੍ਰਮਾਤਮਾ। ਕਹਿੰਦਾ ਕਿ ਜਿਹੜੀ ਬਦਸ਼ੀਸ਼ ਹੈ ਨਾ, ਜਿਹੜੀ ਦੇਣੀ ਕਿਸੇ ਨੂੰ, ਬਦਸ਼ੀਸ਼ ਦੇ ਦੇਣੀ, ਅਸੀਸ ਦੇ ਦੇਣੀ। ਅਸੀਸ ਦੀ ਤਾਂ ਕੀਮਤ ਹੀ ਕੋਈ ਨਹੀਂ। ਜੇ ਤੁਸੀਂ ਕਿਸੇ ਦੇ ਪੈਰ ਧੋਤੇ, ਕਿਸੇ ਦੇ ਕੱਪੜੇ ਦੇ ਦਿੱਤੇ, ਕਿਸੇ ਨੂੰ ਸਾਈਕਲ ਲੈ ਦਿੱਤਾ, ਕਿਸੇ ਨੂੰ ਕੁਛ ਵੀ ਲੈ ਦਿੱਤਾ, ਯਾਰ ਕਿਸੇ ਗਰੀਬ ਬੰਦੇ ਦੀ ਮਦਦ ਕਰੋ ਯਾਰ, ਜੇ ਤੁਹਾਡੇ ਕੋਲ ਹੈਗਾ ਉਹਨੂੰ ਵੰਡੋ। ਜੇ ਕੋਈ ਕਹਿੰਦਾ ਨਾ ਕਿ ਮੈਨੂੰ ਭੂਤ ਚੜੇਲਾਂ ਪਰੇਸ਼ਾਨ ਕਰਦੀਆਂ, ਜਾਓ ਦਾਨ ਕਰੋ ਭਾਈ, ਦਾਨ ਕਰੋ। ਤੁਹਾਡੇ ਬਜ਼ੁਰਗ ਇੰਨੇ ਵਿਚਾਰੇ, ਇਹਨਾਂ ਦੀ ਗਤੀ ਨਹੀਂ ਹੁੰਦੀ, ਇਹਨਾਂ ਨੂੰ ਦਿਓ ਕੁਛ ਛੋਟਾ ਮੋਟਾ ਦਾਨ ਕਰ ਦਿਓ। 5-7 ਬੰਦਿਆਂ ਨੂੰ ਰੋਟੀ ਖਵਾ ਦਿਓ। ਨਹੀਂ ਖਵਾਉਣੀ ਨਾ, ਰੋਟੀ ਬਣਾਓ ਬਾਜ਼ਾਰੋਂ, ਉੱਥੇ ਪਿੰਗਲਵਾੜੇ ਚੱਲ ਜਾਓ ਜਾਂ ਅਨਾਥ ਆਸ਼ਰਮ 'ਚ ਜਾ ਕੇ, ਉੱਥੇ ਜਾ ਕੇ ਬੱਚਿਆਂ ਨੂੰ ਰੋਟੀ ਖਵਾਓ, ਆਪਣੇ ਹੱਥੀਂ ਖਵਾਓ। ਦਾਨ ਖੁਦ ਕਰਿਓ, ਕਿਤੇ ਕਿਸੇ ਨੂੰ ਨਾ ਪੈਸਾ ਦੇ ਦਿਓ, ਉਹਦਾ ਤਾਂ ਮੁੱਲ ਹੀ ਕੋਈ ਨਹੀਂ ਨਾ। ਆਪ ਹੱਥੀਂ ਦਾਨ ਕਰੋ, ਔਰ ਕੋਸ਼ਿਸ਼ ਕਰੋ ਕਿ ਮਿਹਨਤ ਦੇ ਪੈਸੇ ਦਾਨ ਕਰੋ। ਠੱਗੀਆਂ ਠੁੱਗੀਆਂ ਮਾਰ ਕੇ ਜਿਹੜਾ ਪੈਸਾ ਚੜਾਇਆ ਉਹਦਾ ਕੋਈ ਮੁੱਲ ਨਹੀਂ ਜੋ, ਬੁਰਾ ਨਾ ਮੰਨਣਾ, ਉਹ ਤੇ ਜ਼ਹਿਰ ਹੈਗਾ। ਜੇ ਤੁਸੀਂ ਘਰੇ ਲੈ ਆਂਦਾ, ਤੁਹਾਨੂੰ ਨੀਂਦ ਹੀ ਨਹੀਂ ਆਉਣੀ, ਤੁਹਾਡੀ ਨੀਂਦ ਹੀ ਖਰਾਬ ਹੋ ਜਾਣੀ ਆ। ਸ਼ਰਾਬਾਂ ਪੀਓਗੇ, ਫਿਰ ਮਾੜੇ ਕਰਮ ਕਰੋਗੇ। ਇਹ ਸਭ ਚੀਜ਼ਾਂ ਜਿਹੜੀਆਂ ਨੇ ਬੜੀਆਂ ਖਤਰਨਾਕ ਹੁੰਦੀਆਂ ਨੇ। ਇਹ ਬਾਣੀ ਵਿੱਚ ਕਿਹਾ ਨਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਵੇਖੋ ਇੱਕ 'ਚ ਰੋਟੀ 'ਚ ਦੁੱਧ ਕੱਢਿਆ, ਇੱਕ 'ਚ ਲਹੂ ਕੱਢਿਆ, ਸਮਝਾਉਣ ਦਾ ਤਰੀਕਾ ਵੇਖੋ ਕਿੱਡਾ ਕਲੀਅਰ। ਤੇ ਜਿਹੜੇ ਗੁਰੂ ਨਾਨਕ ਪਾਤਸ਼ਾਹ ਸੀ ਨਾ, ਉਹ ਤਾਂ ਬੜੇ ਉਹਨਾਂ ਦੀ ਬੁੱਧੀ ਬੜੀ ਵਿਵੇਕ ਸੀ। ਉਹਨਾਂ ਨੇ ਕਿੱਦਾਂ ਸਮਝਾਇਆ ਲੋਕਾਂ ਨੂੰ, ਅਗਿਆਨ ਨੂੰ ਦੂਰ ਕੀਤਾ। ਵੱਡੇ ਵੱਡੇ ਬੰਦਿਆਂ ਨੂੰ ਫੜਿਆ ਉਹਨਾਂ ਨੇ, ਸੱਜਣ ਠੱਗ ਨੂੰ ਫੜਿਆ, ਕੋਡੇ ਰਾਖਸ਼ ਨੂੰ ਫੜਿਆ, ਬਾਬਰ ਨੂੰ ਜਾਬਰ ਕਿਹਾ, ਹੈ ਨਾ। ਤੇ ਗੱਲਾਂ ਵੇਖੋ, ਕਿਉਂ ਵੱਡੇ ਬੰਦੇ ਨੂੰ ਕਿਉਂ ਉਹ ਉਹਨਾਂ ਦਾ ਨੁਕਸਾਨ ਕਰਨਾ ਚਾਹੁੰਦੇ? ਨਹੀਂ, ਉਹਨਾਂ ਦਾ ਭਲਾ ਹੀ ਕਰਨਾ ਚਾਹੁੰਦੇ ਸਨ, ਤਾਂ ਜੋ ਜ਼ਿਆਦਾ ਲੋਕਾਂ ਨੂੰ ਅਟਰੈਕਟ ਕੀਤਾ ਜਾਵੇ। ਕਿਉਂਕਿ ਛੋਟੇ ਬੰਦੇ ਨੂੰ ਸਮਝਾਉਣ ਦੇ ਨਾਲ ਕੋਈ ਜ਼ਿਆਦਾ ਅਟਰੈਕਸ਼ਨ ਨਹੀਂ ਪੈਦਾ ਹੁੰਦੀ। ਵੱਡੇ ਵੱਡੇ ਬੰਦਿਆਂ ਨੂੰ ਅਟਰੈਕਟ ਕਰਦੇ ਨੇ, ਉਹ ਟਾਰਗੇਟ ਕਰਦੇ ਨੇ ਤਾਂ ਜੋ ਅਟੈਂਸ਼ਨ ਲਈ ਜਾਵੇ। ਅਟੈਂਸ਼ਨ ਦੇ ਵਿੱਚ ਕੀ ਹੁੰਦਾ ਕਿ ਸਾਰੇ ਤਾਂ ਨਹੀਂ ਭਗਤ ਬਣ ਜਾਂਦੇ, ਕੁਝ ਬੰਦੇ ਜਿਹੜੇ ਤਰ ਜਾਂਦੇ, ਭਲਾ ਹੋ ਜਾਂਦਾ ਉਹਨਾਂ ਦਾ। ਇਹ ਵੇਖੋ ਧਰਤੀ ਤੇ ਤੁਸੀਂ ਨਹੀਂ ਵੇਖਦੇ ਲੋਕੀ ਕੁਰਬਲ ਕੁਰਬਲ ਕਰਦੇ ਆ, ਨਰਕ ਬਣਿਆ ਪਿਆ, ਕਲਯੁਗ ਹੈ। ਇਹ ਤੋਂ ਭੱਜ ਜਾਓ, ਨਿਕਲ ਜਾਓ, ਕਿਉਂਕਿ ਹੁਣ ਤੁਹਾਡੇ ਕੋਲ ਮੌਕਾ ਹੈਗਾ। ਮੁੜ ਕੇ ਤੇ ਮੌਕਾ ਮਿਲਣਾ ਹੀ ਨਹੀਂ, ਮੁੜ ਕੇ ਤੇ ਬੜਾ ਔਖਾ ਹੈ ਗੇਮ। ਇਹ ਜਿੱਥੇ ਮੈਂ ਚੀਜ਼ ਵੇਖੀ, ਮੈਨੂੰ ਤਾਂ ਖੁਦ ਮੈਂ ਹੈਰਾਨ ਹੋ ਗਿਆ। ਤੇ ਬੜੀ ਦਵਿੱਚੀ ਹੈ ਇਹਦੇ ਵਿੱਚ, ਤੇ ਬੰਦਾ ਨਿਕਲ ਹੀ ਨਹੀਂ ਸਕਦਾ। ਇਹ ਕੇਵਲ ਇੱਕੋ ਤਰੀਕਾ ਵਾ, ਇਹ ਇੱਕ ਸ਼ਬਦ ਮੇਰੇ ਪ੍ਰਾਣ ਬਸੇ ਹੈ, ਬਹੁੜ ਜਨਮਨਾ ਵਾ। ਉਹ ਸ਼ਬਦ ਤੁਹਾਡੇ ਅੰਦਰ ਹੈ, ਉਹ ਪਰਮਾਤਮਾ ਹੈ, ਉਹਨੂੰ ਪ੍ਰਗਟ ਕਰਨਾ ਪੈਣਾ, ਉਹਨੂੰ ਜਨਮ ਦੇਣਾ ਪੈਣਾ ਆਪਣੇ ਆਪ 'ਚ। ਉਹ ਘਾਲਣਾ ਹੈ, ਮਿਹਨਤ ਹੈ, ਬੜੀ ਕਮਾਈ ਕਰਨੀ ਪੈਣੀ। 2.5-3 ਸਾਲ ਤੇ ਵੈਸੇ ਲੱਗ ਹੀ ਜਾਂਦੀ ਹੈ। ਵੈਸੇ ਸਾਰਾ ਜੀਵਨ ਹੀ ਬਦਲਣਾ ਵਾ, ਬਟ ਘੱਟੋ ਘੱਟ 2.5-3 ਸਾਲ ਦੇ ਵਿੱਚ ਤੁਹਾਨੂੰ ਸਹਿਜ ਅਵਸਥਾ ਦਾ ਥੋੜ੍ਹਾ ਜਿਹਾ ਸ਼ੋਅ ਪ੍ਰਾਪਤ ਹੋਣੀ ਹੈ। ਅਜੇ ਤੁਹਾਨੂੰ ਬਿਲਕੁਲ ਸਹਿਜ ਮਾਰਗ ਦੱਸਿਆ ਜਾ ਰਿਹਾ। ਇਹਦੇ 'ਚ ਵੀ ਔਂਕੜਾ ਹੈ ਨੇ, ਕਈਆਂ ਦਾ ਸਿਰ ਭਾਰਾ ਹੋ ਸਕਦਾ ਵਾ, ਮਸਤਕ ਉੱਤੇ ਦਬਾਅ ਪਊਗਾ, ਖੋਪੜੀ ਦੇ ਉੱਪਰ,
ਪਿਛਲੇ ਬੰਨੇ ਜਦੋਂ ਪ੍ਰਕਾਸ਼ ਪ੍ਰਗਟ ਹੋਣਾ ਵਾ, ਮਗਰਲੇ ਬੰਨੇ ਅਗਲੇ ਬੰਨੇ ਸਾਰੇ ਮਸਤਕ ਦੇ ਅੰਦਰ ਹਲਚਲ ਪੈਦਾ ਹੋਣੀ ਆ। ਇਹ ਸਾਰੀਆਂ ਘੁੰਡੀਆਂ ਨੇ, ਕਿਉਂਕਿ ਉੱਦਾਂ ਨਹੀਂ ਵਿਚਾਰ ਰੋਕ ਸਕਦੇ। ਸੁਰਤੀ ਨੂੰ ਧੱਕ ਕੇ ਅੰਦਰ ਲੈ ਜਾਂਦਾ ਪ੍ਰਕਾਸ਼। ਪ੍ਰਕਾਸ਼ ਕੋਈ ਅੱਖਾਂ ਦਾ ਦੇਖਣ ਵਾਲਾ ਪ੍ਰਕਾਸ਼ ਨਹੀਂ ਜਿਹੜਾ ਤਰਮਾਲਾ ਗਰੁੱਪ ਦਿਖਾਉਂਦੇ ਆ ਨਾ। ਇੱਕ ਆਪਣੇ ਮੋਬਾਈਲ ਤੇ ਕਿਸੇ ਬਾਬੇ ਬੂਬੇ ਦੀ ਫੋਟੋ ਨਾ ਲਾਇਆ ਕਰਿਓ, ਕਿਸੇ ਦੀ ਨਾ ਲਾਇਓ ਫੋਟੋ ਜ਼ਿੰਦਗੀ 'ਚ। ਉਹਦੇ ਨਾਲ ਕਾਲੀ ਸਕਰੀਨ ਰੱਖ ਲਿਓ ਚੰਗੀ ਜੋ, ਕਿਉਂਕਿ ਜਦੋਂ ਵੀ ਤੁਸੀਂ ਕਿਸੇ ਚੀਜ਼ ਨੂੰ ਬਾਰ-ਬਾਰ ਵੇਖਦੇ ਜੋ, ਬਾਰ-ਬਾਰ ਵੇਖਦੇ, ਉਹ ਤੁਹਾਡੇ ਦਿਮਾਗ 'ਚ ਘਰ ਕਰ ਜਾਣਾ। ਜਦੋਂ ਤੁਹਾਡੇ ਪ੍ਰਾਣ ਨਿਕਲੇ ਨਾ, ਉਹ ਫੋਟੋ ਤੁਹਾਡੇ ਸਾਹਮਣੇ ਪ੍ਰਗਟ ਹੋ ਜਾਣੀ। ਬਾਣੀ 'ਚ ਲਿਖਿਆ ਨਾ, ਅੰਤ ਵੇਲੇ ਜੋ ਨਰ ਸਮਝੇ ਨਾਰੀ ਸਿਮਰੇ, ਜਾਂ ਕੁਛ ਵੀ ਵੇਖੋ ਬਾਣੀ 'ਚ ਪੜ੍ਹੋ। ਤੁਸੀਂ ਜਿਹੜੀ ਚੀਜ਼ ਨੂੰ ਸਿਮਰਦੇ ਰਹੇ, ਜਿਹੜੀ ਚੀਜ਼ ਦੀ ਤਸਵੀਰ ਬਣਾਈ, ਉਹ ਚੀਜ਼ ਨੇ ਤੁਹਾਨੂੰ ਲੈ ਜਾਣਾ ਜੀ। ਫਿਰ ਦੁਬਾਰਾ ਯੂ ਟਰਨ ਵੱਜਣਾ, ਫਿਰ ਤੁਹਾਨੂੰ ਫਿਰ ਧਰਤੀ ਤੇ ਆਉਣਾ ਪੈਣਾ। ਮੱਛੀ ਜਦੋਂ ਕੁੰਡੀ ਨੂੰ ਫੜਦੀ ਹੈ ਨਾ, ਤਾਂ ਹੀ ਮੱਛੀ ਫਸਦੀ ਹੈ। ਘੱਟੋ ਘੱਟ 2 ਦਿਨ ਆਤਮਾ ਚਾਹੀਦੀ ਹੈ। 2 ਦਿਨ ਆਤਮਾ ਜਿਹੜੀ, ਜਦੋਂ ਮਤਲਬ ਤੁਹਾਡਾ ਆਤਮਾ ਦੇ ਵਿੱਚ 2 ਦਿਨ ਤੁਹਾਡੀ ਜਿਹੜੀ ਸੁਰਤੀ ਹੈ ਨਿਰਵਿਚਾਰ ਘੁੰਮਣੀ ਚਾਹੀਦੀ ਹੈ। ਮਰਨ ਤੋਂ ਬਾਅਦ ਇੱਦਾਂ ਸ਼ਾਂਤ ਹੋ ਜਾਓ। ਜਦੋਂ ਗਤੀ ਨਾ ਹੀ ਹੁੰਦੀ ਤਾਂ ਫਿਰ ਉਹ ਬ੍ਰਹਮ ਦਾ ਰੂਪ ਹੁੰਦੀ ਆ। ਫਿਰ ਸੁਣੋ, ਇਹ ਬ੍ਰਹਿਮੰਡ ਦੇ ਅੰਦਰ ਜਿਹੜੀ ਐਨਰਜੀ ਹੈ ਨਾ, ਗਰਭ ਮੰਡਲ ਜਦੋਂ ਰੂਹ ਜਾਂਦੀ ਹੈ ਨਾ, ਜੇ ਉਹ 'ਚ ਗਤੀ ਹੈਗੀ ਹੈ ਤੇ ਨਾਲ ਹੀ ਉਹਨੇ ਚੱਕ ਲੈਣਾ, ਉਹਨੇ ਗਰਭ ਮੰਡਲ ਨੇ ਉਹਨੂੰ ਉੱਥੇ ਭੇਜ ਦੇਣਾ। ਉਹਨੇ ਉੱਥੇ ਜਿੱਥੇ ਉਹਦਾ ਜਨਮ ਹੋਣਾ ਵਾ, ਕਾਰਨ ਸੀਰ ਦੇ ਹਿਸਾਬ ਨਾਲ ਪਤਾ ਲੱਗ ਜਾਣਾ। ਜਿੱਦਾਂ ਬਾਜ਼ਾਰ ਜਾਂਦੇ ਹਾਂ ਆਪਾਂ, ਸੋਨਾ ਲੈ ਕੇ ਜਾਈਦਾ ਨਾ, ਤੋਲੇ ਦਾ ਵੱਖਰਾ ਰੇਟ ਆ, 10 ਤੋਲਿਆਂ ਦਾ ਵੱਖਰਾ, 50 ਤੋਲੇ ਸੋਨਾ ਤੇ ਉਹਦਾ ਵੱਖਰਾ ਰੇਟ ਆ। ਉਨੀ ਕੀਮਤ ਆ। ਇਹ ਤੇ ਪਰਮਾਤਮਾ ਤੇ ਖੁਦ ਹੀ ਇੱਕ ਬੜਾ ਤੜਾ ਜਾਦੂਗਰ ਤਮਾਸ਼ਾ ਲਾ ਕੇ ਬੈਠਾ ਵਾ। ਉਹਨੇ ਤਮਾਸ਼ਾ ਲਾਇਆ, ਉਹਨੇ ਕਿਹਾ ਕਿ ਭੋਲਿਆ ਤੂੰ ਜਿਹੋ ਜਿਹਾ ਸੋਨਾ ਲਿਆ ਉਹਦੀ ਕੀਮਤ ਚੱਕ ਮੇਰੇ ਤੋਂ। ਹੀਰੇ ਲਿਆ, ਹੀਰੇ ਦੀ ਕੀਮਤ ਤੂੰ ਕਿੰਨਾ ਸਿਮਰਨ ਕੀਤਾ ਸੀ, ਕਿੰਨਾ ਮੇਰਾ ਧਿਆਨ ਕੀਤਾ ਸੀ, ਤੇ ਜਿੰਨੀ ਤੁਹਾਡੇ ਕੋਲ ਪ੍ਰੋਡਕਟ ਹੈਗਾ ਉਨੀ ਦੀ ਕੀਮਤ ਹੈ। ਤੇ ਜੇ ਕਿਨੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਵਾ, ਉਹਨੂੰ ਅਨੁਭਵ ਕਰ ਲਿਆ ਵਾ, ਉਹਨੂੰ ਆਪਣੇ ਸਰੀਰ 'ਚ ਵਿਛਾ ਲਿਆ ਵਾ, ਉਹਦੀ ਤਾਂ ਕੀਮਤ ਹੀ ਬੜੀ ਹੈ। ਤੇ ਉਹ ਜਦੋਂ ਜਾਂਦਾ ਵਾ ਤੇ ਫਿਰ ਤੱਕੜੀ ਤੇ ਫਿਰ ਉਹ ਤੱਕੜੀ ਬਹਿ ਜਾਂਦੀ ਹੈ। ਫਿਰ ਉਹਨਾਂ ਕੋਲ ਕੋਈ ਚੀਜ਼ ਹੀ ਨਹੀਂ ਹੈਗੀ, ਉਹਨਾਂ ਕੋਲ ਕੁਛ ਵੀ ਨਹੀਂ ਹੈਗਾ। ਉੱਥੇ ਤੁਹਾਨੂੰ ਕਿੱਥਾਂ ਜੋਖੂਗਾ? ਉਹਦਾ ਜਿਹੜਾ ਬਣਾਇਆ ਨਾ, ਇੱਕ ਤੱਤ ਆ, ਪਰਮਾਤਮਾ ਨੇ ਕਮਾਂਡ ਕੀਤੀ ਹੈ, ਉਹ ਚੀਜ਼ ਆਪਣੇ ਆਪ ਹੀ ਬਣਾ ਰਹੀ ਹੈ। ਉੱਥੇ ਰੂਹਾਂ ਜਾਂਦੀਆਂ ਨੇ ਨਾ, ਜਨਮ ਹੋ ਰਹੇ ਨੇ, ਰੂਹਾਂ ਜਾ ਰਹੀਆਂ ਨੇ, ਜਨਮ ਹੋ ਰਹੇ ਨੇ ਆਟੋਮੈਟਿਕ। 3 ਲੱਖ ਬੰਦਾ ਇੰਡੀਆ 'ਚ ਪੈਦਾ ਹੋ ਰਿਹਾ, 1.5 ਲੱਖ ਬੰਦਾ ਜਿਹੜਾ ਵਾ ਉਹ ਮਰ ਰਿਹਾ ਇੰਡੀਆ ਦੇ ਵਿੱਚ, ਤੇ ਬਾਕੀ ਸੰਸਾਰ ਦਾ ਕਾਊਂਟਿੰਗ ਤੁਸੀਂ ਆਪ ਕਰ ਲਓ। ਔਰ ਉਸ ਤੋਂ ਬਾਅਦ ਵੇਖੋ ਇਹ ਰੂਹਾਂ ਕਿੱਥੋਂ ਆ ਰਹੀਆਂ ਨੇ। ਰੂਹਾਂ ਤੁਹਾਨੂੰ ਨਹੀਂ ਪਤਾ ਲੱਗ ਰਿਹਾ, ਤੁਸੀਂ ਕੀੜੇ ਮਰੀ ਜਾਂਦੇ ਹੋ, ਸਾਰੇ ਹੋਰ ਜਾਨਵਰ ਮਰੀ ਜਾਂਦੇ, ਉਹ ਸਾਰੇ ਬੰਦੇ ਬਣਦੇ ਪਏ ਨੇ। ਬੰਦਾ ਕਿੰਨਾ ਦੁਖੀ ਹੈ, ਪਰੇਸ਼ਾਨ ਕਿਉਂ ਆ? ਕਿਉਂਕਿ ਉਹ ਆਪਾਂ ਸਾਰਾ ਜੰਗਲ ਖਤਮ ਕਰਤੇ, ਧਰਤੀ ਸਾਫ਼ ਕਰੀ ਜਾਂਦੇ ਆਪਾਂ ਮੂਰਖ ਲੋਕ। ਕੈਨੇਡਾ ਜਾ ਕੇ ਵੇਖੋ, ਜੰਗਲਾਂ ਨੂੰ ਵੱਢਣ ਥੋੜੀ ਦਿੰਦੇ ਅਗਲੇ। ਉਹ ਕਹਿੰਦੇ ਖੂਬਸੂਰਤੀ ਨੂੰ ਟੱਚ ਨਾ ਕਰੋ, ਤਾਂ ਹੀ ਉੱਥੇ ਸ਼ਾਂਤੀ ਆ। ਆਪ ਜੀ ਦੇਖੋ ਨਾ, ਜਿਹੜੇ ਬੰਦੇ ਨੇ ਜ਼ਿਆਦਾ ਪਾਪ ਕਰਤਾ ਉਹ ਧਰਤੀ ਤੇ, ਉਹੀ ਧਰਤੀ ਉਹਦੀ ਸਤਿ ਸ੍ਰੀ ਅਕਾਲ ਹੋਈ ਜਾਣੀ ਹੈ। ਦੇਖੋ ਦੁਨੀਆ ਤੇ ਸੁਸਾਈਡ ਕਿੰਨੇ ਵੱਧ ਗਏ ਆ, ਬੰਦਾ ਡਿਪਰੈਸ਼ਨ ਹੋ 'ਚ ਜਾ ਰਿਹਾ ਪੂਰਾ, ਤੇ ਵਰਲਡ ਪੂਰਾ ਡਿਪਰੈਸ਼ਨ ਜਾਣਾ। ਇਹਦੇ ਕੋਈ ਇੱਕੋ ਹੀ ਤਰੀਕਾ ਵਾ, ਧਿਆਨ ਸਿਮਰਨ। ਜਿਹੜਾ ਵੀ ਬੰਦਾ ਸਾਧਨਾ ਨਾਲ ਜੁੜ ਗਿਆ ਉਹੀ ਮੁਕਤ ਹੋ ਜਾਣਾ। ਜੇ ਤੁਸੀਂ ਨਹੀਂ ਵੀ ਸਾਧਨਾ ਕਰਦੇ ਜੋ ਨਾ, ਤੇ ਇਹ ਜੀਵਨ ਦੇ ਵਿੱਚ ਤੁਹਾਨੂੰ ਕੁਝ ਵੀ ਪ੍ਰਾਪਤ ਨਹੀਂ ਹੋਣਾ। ਸਾਧਨਾ ਤੇ ਕਰਨੀ ਹੀ ਪੈਣੀ ਆ। ਹੋਰ ਕੋਈ ਕਹਿੰਦੇ ਦੂਜੇ ਤੇਰੇ ਕਿਸੇ ਕੰਮ ਦੇ ਨਹੀਂ ਕਰਮ ਹੈਗੇ। ਤੇਰਾ ਇੱਕੋ ਜਪੋ ਤੇ ਇੱਕੋ ਨਾਮਾ, ਇੱਕ ਨਾਮ ਨੂੰ ਜਪਣਾ ਪੈਣਾ ਤੈਨੂੰ। ਹੋਰ ਤੇਰੇ ਕਰਮ ਜਿਹੜੇ ਹੈਗੇ ਕਿਸੇ ਵੀ ਨਹੀਂ ਕੰਮ ਦੇ ਹੈਗੇ। ਮਾਨਸ ਜਨਮ ਦੁਰਲੱਭ ਹੋਵੇ ਨਾ ਬਾਰੋ ਬਾਰ। ਦੁਰਲੱਭ ਦਾ ਮਤਲਬ ਹੁੰਦਾ ਵਾ ਕਿ ਕੋਈ ਚੀਜ਼ ਕੀਮਤੀ ਆ ਜਿਹਦੀ ਕੀਮਤ ਨਹੀਂ ਆ, ਬਹੁਤ ਕੀਮਤੀ, ਅਨਮੋਲ। ਨਾਮ ਪਰਮਾਤਮਾ ਦਾ ਹੈ ਹੀ ਅਨਮੋਲ ਹੈ, ਉਹਦੀ ਕੋਈ ਕੀਮਤ ਨਹੀਂ ਹੈ। ਇਸ ਕਰਕੇ ਆਪਣੀ ਜੀਵਨ ਦੇ ਵਿੱਚ ਥੋੜ੍ਹਾ ਜਿਹਾ ਆਪਣੀ ਡਾਇਰੈਕਸ਼ਨ ਨੂੰ ਵੇਖੋ, ਪ੍ਰਾਪਤੀ ਵੇਖੋ। ਮੇਰੇ ਲਈ ਥੋੜ੍ਹੀ ਤੁਸੀਂ ਕੁਝ ਕਰ ਰਹੇ ਜੋ, ਤੁਸੀਂ ਆਪਣੇ ਲਈ ਕਰ ਰਹੇ ਜੋ। ਇਹ ਨਾ ਸੋਚੋ ਕਿ ਚਰਨਜੀਤ ਕੋਈ ਬਾਬਾ ਬਣ ਜਾਊਗਾ, ਸੰਤ ਬਣ ਜਾਊਗਾ। ਕੋਈ ਮੈਨੂੰ ਕੀ ਲੋੜ ਪਈ ਬਣਦੀ, ਮੇਰਾ ਤਾਂ ਆਪਣਾ ਦਾਲ ਫੁਲਕਾ ਚੱਲਣ ਦਿਆ। ਮੈਂ ਤਾਂ ਇਹ ਦੱਸਣ ਦਿਆਂ ਕਿ ਆਪਣੀ ਡਾਇਰੈਕਸ਼ਨ ਨੂੰ ਵੇਖੋ ਥੋੜ੍ਹਾ ਜਿਹਾ ਯਾਰ, ਥੋੜ੍ਹਾ ਬ੍ਰੇਕ ਮਾਰੋ, ਇੱਕ ਪੇਪਰ ਪੈਨ ਫੜ ਕੇ ਬਹਿ ਜਾਓ, ਆਪਣਾ ਵੇਖੋ ਕਿ ਐਨਾਲਾਈਜ਼ ਕਰੋ ਆਪਣੇ ਆਪ ਨੂੰ ਕਿ ਮੈਂ ਕੀਤਾ ਕੀ ਹੈ ਯਾਰ। ਮੈਂ ਚੱਲਿਆ ਸਾਂ, ਮੈਂ ਪਹੁੰਚਿਆ ਕਿੱਥੇ ਹਾਂ। ਉਹ ਕਮ ਸੇ ਕਮ ਗੱਡੀ ਚਲਾਉਂਦੇ ਜੋ, ਗੱਡੀ ਦੀ ਡਾਇਰੈਕਸ਼ਨ ਤੇ ਵੇਖੋ ਨਾ। ਤੂੰ ਮੰਜ਼ਿਲ ਤੇ ਜਾਣਾ ਸੀ, ਉਹ ਮੰਜ਼ਿਲ ਤੇ ਪਹੁੰਚੇ ਆ ਕਿ ਕਿੱਧਰ ਤੁਰੇ ਫਿਰੇ, ਕਿਤੇ ਰਾਹ ਰੂਹ 'ਚ ਨਹੀਂ ਫਸੇ ਕਿਤੇ ਆਪਾਂ। ਕਿਉਂਕਿ ਮਾਇਆ ਇੱਦਾਂ ਦੀ ਭਰਮ, ਇਹਨੇ ਭਰਮ ਪਾਇਆ, ਭੌਂਟੀ ਦਿੱਤੀ ਹੈ ਬੰਦਿਆਂ ਨੂੰ। ਇਹ ਤਾਂ ਪੱਕਾ ਗਰੰਟੀ ਹੈ ਨਾ ਕਿ ਭੌਂਟੀ ਦਿੱਤੀ। ਉਹ ਬੰਦਾ ਉਹ ਵਿਚਾਰਾ ਉੱਥੇ ਘੁੰਮੀ ਜਾ ਰਿਹਾ ਕੋਲੂ ਦੇ ਬੈਲ ਵਾਂਗੂ। ਨਹੀਂ ਯਕੀਨ ਆਉਂਦਾ, ਮੈਂ ਕਿਤਾਬ 'ਚ ਵੀ ਜ਼ਿਕਰ ਕੀਤਾ ਵਾ, ਤੁਸੀਂ ਕਿਤਾਬ ਪੜ੍ਹੋ ਜ਼ਰੂਰ, ਆਤਮ ਗਿਆਨ ਕਿਤਾਬ ਨੂੰ ਧਿਆਨ ਨਾਲ ਪੜ੍ਹੋ। ਜੇ ਨਹੀਂ ਕਿਤਾਬ ਹੈਗੀ ਮੰਗਵਾਓ ਮੇਰੇ ਤੋਂ,
मोबाइल ते भी पढ़ लो, पर असली किताब मंगाओ, ਉਹਨੂੰ ਪੜ੍ਹੋ। ਉਹ 'ਚ ਬਹੁਤ ਜ਼ਿਆਦਾ ਗਹਿਰਾ ਗਿਆਨ ਦਿੱਤਾ ਜੀ, ਤਾਂ ਜੋ ਤੁਹਾਨੂੰ ਗੱਲ ਸਮਝ ਆ ਜੇ। ਇਹ ਗੁੰਝਲ ਨੂੰ ਜਿੱਦਾਂ ਇੱਕ ਡੋਰ, ਜਿੱਦਾਂ ਪਤੰਗ ਡਾਉਣ ਵਾਲੀ ਡੋਰ ਨਹੀਂ ਹੁੰਦੀ, ਉਹਦੀ ਗੁੰਝਲ ਜਦੋਂ ਧਾਗੇ ਦੀ ਰਲ ਜਾਂਦੀ ਹੈ, ਫਸ ਜਾਂਦੀ, ਉਹਨੂੰ ਕੱਢਣਾ ਨਾ ਅਕਲ ਦਾ ਕੰਮ ਚਾਹੀਦਾ। ਇਹ ਵੀ ਇੱਕ ਬੜੀ ਵੱਡੀ ਗੁੰਝਲ ਜੇ, ਜਿਹੜਾ ਗੁੰਝਲ ਕੱਢ ਗਿਆ ਉਹ ਹੀ ਮੁਕਤ। ਪਰ ਗੁੰਝਲ ਬੰਦਾ ਉਹੀ ਕੱਢ ਸਕਦਾ ਜਿਹੜਾ ਸ਼ਾਂਤ ਹੋ ਕੇ ਬਹਿ ਜਾਂਦਾ। ਪਹਿਲਾਂ ਵੇਖੋ ਇਹ ਗੁੰਝਲ ਵੱਜੀ ਕਿੱਦਾਂ ਵਾ। ਤੁਹਾਨੂੰ ਨਹੀਂ ਪਤਾ ਲੱਗਦਾ ਕਿ ਇਹ ਰੇਸ਼ਮ ਦੇ ਕੀੜੇ ਵਾਂਗੂ ਫਸੇ ਪਏ ਜੋ ਤੁਸੀਂ। ਹਜੇ ਤਾਂ ਮਾੜਾ ਮੋਟਾ ਤੁਹਾਨੂੰ ਦਿਖਦਾ ਪਿਆ ਨਾ ਸੰਸਾਰ, ਤੁਹਾਨੂੰ ਮੈਂ ਆਵਾਜ਼ ਮਾਰਦਾ ਪਿਆ, ਤੁਹਾਨੂੰ ਸੁਣਦੀ ਪਈ ਆ। ਪਰ ਇੱਕ ਸਮਾਂ ਆਉਣਾ ਤੇ ਆਵਾਜ਼ ਮੇਰੀ ਸੁਣਨੀ ਨਹੀਂ। ਤੁਸੀਂ ਰੇਸ਼ਮ ਦਾ ਜਾਲਾ ਉਣੀ ਜਾਣਾ, ਉਣੀ ਜਾਣਾ, ਉਣੀ ਜਾਣਾ, ਉਣੀ ਜਾਣਾ, ਫਿਰ ਅੰਦਰ ਹੀ ਸਾਹ ਘੁੱਟ ਕੇ ਤੁਸੀਂ ਖਤਮ ਹੋ ਜਾਣਾ। ਕੋਈ ਮਰਨ ਤੋਂ ਬਾਅਦ ਕਿਸੇ ਨੇ ਨਹੀਂ ਕੋਈ ਪਰਮਾਤਮਾ ਦੇ ਕੋਲ ਗਿਆ, ਜੀਂਦੇ ਜੀ ਮੁਕਤ ਹੋਣਾ। ਇਹ ਗ੍ਰੰਥ ਜਿਨ੍ਹਾਂ ਵੀ ਸੰਤਾਂ ਨੇ ਲਿਖੇ, ਮਹਾਤਮਾ ਨੇ ਲਿਖੇ ਆ, ਉਹਨਾਂ ਨੇ ਜਿਉਂਦੇ ਜੀ ਲਿਖੇ ਨੇ। ਬਾਕੀ ਮੈਂ ਤੁਹਾਨੂੰ ਲੰਮੀਆਂ ਚੌੜੀਆਂ ਕਹਾਣੀਆਂ ਇਸ ਕਰਕੇ ਸੁਣਾਉਂਦਾ ਵਾ ਕਿਉਂਕਿ ਤੁਹਾਡੇ ਮਨ ਦਾ ਇੰਟਰਸਟ ਗੱਲਾਂ 'ਚ ਹੈ। ਪਰ ਮਨ ਜਿੰਨਾ ਚਿਰ ਤੱਕ ਨਿਰਵਿਚਾਰ ਨਹੀਂ ਹੁੰਦਾ, ਤਦ ਤੱਕ ਥੋੜ੍ਹੀ ਬਹੁਤੀ ਗੱਲ ਕਰਨੀ ਪੈਂਦੀ ਹੈ। ਬਾਅਦ ਦੇ ਵਿੱਚ ਇਹਨੂੰ ਪਤਾ ਲੱਗ ਗਿਆ ਕਿ ਹੀਰਾ ਕੀ ਆ, ਚਰਨਜੀਤ ਕਿਹੜੀ ਗੱਲ ਕਰ ਰਿਹਾ, ਕਿਹੜੇ ਨਾਮ ਦੀ ਗੱਲ ਕਰਦੇ, ਕਿਹੜੇ ਸ਼ਬਦ ਦੀ ਗੱਲ ਕਰਦਾ, ਉਹ ਕਿਹੜੇ ਪਰਮੇਸ਼ਰ ਦੀ ਗੱਲ ਕਰਦਾ। ਜਦੋਂ ਉਹਨੂੰ ਭੇਦ ਪਤਾ ਲੱਗ ਗਿਆ, ਫਿਰ ਸ਼ਾਂਤ ਹੋ ਜਾਣਾ। ਸੁਰਤੀ ਅੰਦਰ ਆ ਜਾਣੀ ਆ, ਸੁਰਤੀ ਆਤਮਾ ਜਾ ਕੇ ਬਹਿ ਜਾਣੀ ਆ, ਨਿਰਵਿਚਾਰ ਹੋ ਜਾਣੀ ਆ। ਤੇ ਨਿਰਵਿਚਾਰ ਤੁਰੀਆ ਅਵਸਥਾ ਵਾ, ਸਭ ਤੋਂ ਉੱਤਮ ਅਵਸਥਾ ਹੈ। ਤੱਕ ਤੁਰੀਆ ਤੱਤ ਜਿਹੜਾ ਸਭ ਤੋਂ ਉੱਪਰ ਹੈ, ਨਿਰਵਿਚਾਰ ਨੂੰ ਤੁਰੀਆ ਅਵਸਥਾ ਕਹਿੰਦੇ ਆਪਾਂ। ਤੇ ਇਹ ਬੜਾ ਤਗੜੀ ਇੱਕ ਸਾਧਨਾ, ਇੰਟਰਸਟ ਬੜਾ ਆਨੰਦ ਆ। ਤੁਸੀਂ ਇੱਕ ਵਾਰੀ ਬਹਿ ਗਏ ਸਾਧਨਾ ਤੇ, ਬਸ ਫਿਰ ਤੁਹਾਡੇ ਮਨ ਨੇ ਕਹਿਣਾ ਮੈਨੂੰ ਫਿਰ ਉੱਥੇ ਸਾਧਨਾ 'ਚ ਲੈ ਕੇ ਜਾ, ਫਿਰ ਮੈਨੂੰ ਸਾਧਨਾ 'ਚ। ਇੱਕ ਸਮਾਂ ਆਉਣਾ ਫਿਰ ਜੋ ਗੰਦ ਮੰਦ ਚਿੱਕੜ ਲੱਗਿਆ ਸਭ ਸਾਫ਼ ਹੋ ਜਾਣਾ। ਇੱਕਦਮ ਚਮਕ ਆ ਜਾਣੀ ਤੁਹਾਡੇ ਜੀਵਨ 'ਚ। ਇਹ ਚਮਕੋਗੇ ਤੁਸੀਂ, ਕਿਤੇ ਗਲੀ ਵਿੱਚੋਂ ਲੰਘੋਗੇ, ਕਿਤੇ ਤੁਸੀਂ, ਤੁਹਾਨੂੰ ਪਤਾ ਲੱਗੂਗਾ ਕਿ ਵਾਹ ਕਿਆ ਜੀਵਨ ਹੈ। ਤੁਸੀਂ ਮੰਦਿਰ ਜਾਓ, ਤੁਸੀਂ ਗੁਰਦੁਆਰੇ ਜਾਓ, ਤੁਸੀਂ ਮਸਜਿਦ ਜਾਓ, ਕਿੰਨਾ ਆਨੰਦ ਆਉਂਦਾ। ਤੁਹਾਨੂੰ ਪਤਾ ਲੱਗੂਗਾ ਕਿ ਯਾਰ ਇਹ ਜੀਵਨ 'ਚ ਇੰਨੀ ਤਾਜ਼ਗੀ। ਮੈਂ ਕਿੱਥੇ ਐਵੇਂ ਇੱਕ ਨੋਰਮਲ ਜੀ ਇੱਕ ਫਿੱਕੀ ਜੀ ਲਾਈਫ ਬਤੀਤ ਕਰ ਰਿਹਾ ਸੀ। ਪਰਮਾਤਮਾ ਇੰਨਾ ਬੇਅੰਤ ਹੈ ਨਾ। ਤੁਸੀਂ ਪਰਮਾਤਮਾ ਨੂੰ ਦੇਖਣਾ ਹੋਵੇ ਨਾ ਤੇ ਰੁੱਖਾਂ ਕੋਲ ਜਾਓ ਯਾਰ, ਜਾਓ ਕਿਤੇ ਜੰਗਲ 'ਚ ਜਾ ਕੇ ਬੈਠੋ 2 ਘੰਟੇ, ਕਿਤੇ ਬਾਗਾਂ ਬੂਗਾਂ 'ਚ। ਕਿੱਦਾਂ ਪਰਮਾਤਮਾ ਨੇ ਖੂਬਸੂਰਤੀ ਨਾਲ ਧਰਤੀ ਦੀ ਸਿਰਜਣਾ ਕੀਤੀ। ਉਹਦੀ ਚੀਜ਼ ਦੀ ਐਪਰੀਸ਼ੀਏਸ਼ਨ ਕਰੋ ਯਾਰ। ਕਿੱਥੋਂ ਫੁੱਲ ਨਿਕਲਦੇ ਪਏ, ਕਿੱਥੋਂ ਫਲ ਲੱਗਦੇ ਪਏ, ਕਿੰਨੀ ਕਿਸਮ ਦੇ ਫਲ ਨੇ, ਕਿੰਨੀ ਕਿਸਮ ਦੇ ਫੁੱਲ ਨੇ। ਪਰਮਾਤਮਾ ਨੇ ਉਹਦੇ ਕਲਾਕਾਰ ਹੈਗਾ, ਬਿਗ ਕਲਾਕਾਰ। ਮੈਂ ਤੇ ਬਹੁਤ ਵਿਸ਼ਵਾਸ 'ਚ ਚੱਲ ਜਾਂਦਾ, ਬੜਾ ਖੁਸ਼ ਹੁੰਦਾ ਕਿ ਮੇਰੇ ਪਿਤਾ ਤੇਰੀ ਜਿਹੜੀ ਕ੍ਰੀਏਚਰ ਹੈ ਜੇ ਤੂੰ ਤੇ ਕਰਨੀ ਹੈ ਨਾ, ਉਹਦਾ ਅੰਤ ਨਹੀਂ ਹੈਗਾ। ਮੇਰੇ ਵਰਗੇ ਦੇ ਛੋਟੀ ਜੀ ਜ਼ਿੰਦਗੀ ਆ। ਮੈਨੂੰ ਤੂੰ ਲਿਖਣ ਜਾਊਗਾ ਤੇ 2 ਪੇਜਾਂ 'ਚ ਮੇਰੀ ਸਾਰੀ ਕਹਾਣੀ ਖਤਮ ਹੋ ਜਾਣੀ ਆ। ਮੈਂ ਪਰਮੇਸ਼ਰ ਦੀ ਕੋਈ ਚੀਜ਼ ਲਿਖਣ ਜਾਵਾਂ ਨਾ, ਉਹਦਾ ਕੋਈ ਮੈਨੂੰ ਮੂੰਹ ਮੱਥੇ ਨਹੀਂ ਲੱਭਦਾ। ਲਿਖੀ ਜਾਵਾਂ ਗੱਲ ਫਿਰ ਨਹੀਂ ਕਹੀ ਜਾ ਸਕਦੀ। ਸਾਡੇ ਵਰਗੇ ਲੋਕ ਕਹਿੰਦੇ ਜੀ ਕੀ ਇਹ ਮਛਲੀ ਹੈ, ਗੱਲ ਖਤਮ ਹੋ ਗਈ। ਉਹ ਬੇਵਕੂਫ, ਉਹ ਮਛਲੀ ਤੇ ਕੁਛ ਵੀ ਨਹੀਂ। ਤੂੰ ਮੱਛੀ ਕਹਿ ਕੇ ਗੱਲ ਜਗਿਆਸਾ ਖਤਮ ਕਰਤੀ ਬੱਚੇ ਦੀ। ਉਹ ਮੱਛੀ ਦੇ ਅੰਦਰ ਕੀ ਆ, ਉਹ ਕਿੰਨੀ ਪਾਵਰਫੁਲ ਚੀਜ਼ ਹੈ। ਜਿੱਥੋਂ ਪਾਣੀ ਡਿੱਗਦਾ ਉਹਨੂੰ ਚੜ੍ਹ ਜਾਂਦੀ ਹੈ। ਦੇਖੋ ਪਰਮਾਤਮਾ ਦੀ ਕਰਨੀ ਹੈ। ਤੇ ਸਾਡੇ ਵਰਗੇ ਜੋ ਪਾਣੀ 'ਚ ਭੇਜਿਆ ਜਾਵੇ, ਅਸੀਂ 10 ਮਿੰਟਾਂ 'ਚ 20 ਮਿੰਟਾਂ 'ਚ ਅੱਧੇ ਘੰਟੇ ਥੱਕ ਜਾਣਾ। ਤੇ ਵੇਖੋ ਉਹਦਾ ਉਹੀ ਬਣਾਇਆ ਸੰਸਾਰ ਹੀ ਉਹਦਾ ਪਾਣੀ ਹੈ। ਤੇ ਬਹੁਤ ਖੂਬਸੂਰਤ ਸੰਸਾਰ ਹੈ। ਔਰ ਇਹਨੂੰ ਵੇਖਣ ਦੇ ਲਈ ਥੋੜ੍ਹਾ ਲਾਗੇ ਜਾਓ, ਕਾਹਲੀ ਨਹੀਂ ਪੈਣਾ। ਕਾਹਲੇ ਦਾ ਤਾਂ ਕੰਮ ਨਹੀਂ ਗਾ। ਇਹ ਹੈਗਾ ਸਹਿਜ ਮਾਰਗ, ਹੌਲੀ ਚੱਲਣਾ। ਜਿਹੜਾ ਵੀ ਬੰਦਾ ਹੌਲੀ ਚੱਲੂਗਾ, ਸਾਧਨਾ ਕਰੂਗਾ, ਕਾਹਲਾ ਨਹੀਂ ਪਊਗਾ। ਨਹੀਂ ਕੁਝ ਹੋ ਰਿਹਾ ਨਾ, ਸ਼ਾਂਤ ਹੋ ਜਾਓ, ਉਹਨੂੰ ਅਰਦਾਸ ਕਰੋ, ਮੇਰੇ ਪਿਤਾ ਮਿਹਰ ਕਰੋ। ਅੰਮ੍ਰਿਤ ਵੇਲੇ ਬਬੀਹਾ ਬੋਲਿਆ, ਤਾਂ ਦਰ ਸੁਣੀ ਪੁਕਾਰ, ਮੇਘੇ ਨੂੰ ਫਰਮਾਨ ਹੋਇਆ, ਬਰਸੋ ਕਿਰਪਾ ਕਰ। ਉਹਨੂੰ ਅਰਦਾਸ ਕਰੋ, ਮੇਰੇ ਪਿਤਾ। ਡੰਡੌਤ ਕਰੋ, ਜਿੰਨਾ ਚਿਰ ਤੱਕ ਸੁਰਤੀ ਕਾਗਰ ਨਹੀਂ ਹੁੰਦੀ, ਹਰ ਦਿਨ ਡੰਡੌਤ ਕਰ ਲਓ, ਮੱਥਾ ਲਾਓ ਮੇਰੇ ਪਿਤਾ, ਰੋ ਉਹਨੂੰ, ਕਰਲਾਓ ਉਹਨੂੰ, ਪੁਕਾਰੋ, ਮਿਹਰ ਕਰ ਮੇਰੇ ਪਿਤਾ। ਕਿਉਂਕਿ ਇਹ ਇੱਕ ਸਾਧਨਾ ਨਾਲ ਨਹੀਂ ਕੰਮ ਬਣਦਾ। ਇਹ ਤੇ ਬਸ ਤੁਹਾਡੀ ਪੁਕਾਰ ਚਾਹੀਦੀ ਹੈ। ਅੰਦਰ ਪਿਆਸ ਕਿੰਨੀ ਹੈ, ਤੜਫ ਕਿੰਨੀ ਹੈ, ਖਿੱਚ ਕਿੰਨੀ ਹੈ। ਕੀ ਮਜ਼ਾਲ ਹੈ ਪਰਮਾਤਮਾ ਨਾਲ, ਇੱਦਾਂ ਹੋ ਹੀ ਨਹੀਂ ਸਕਦਾ। ਜਿੱਦਾਂ ਤੁਹਾਨੂੰ ਮੈਂ ਤਰੀਕਾ ਦੱਸਣ ਦੇ, ਜਾਓ ਕੋ ਮੰਗੋ ਕੋ, ਮੈਨੂੰ ਤਾਂ ਇੱਦਾਂ ਹੀ ਮਿਲਿਆ ਜੀ। ਸਿੰਪਲ ਹੀ ਤਰੀਕਾ। ਡੰਡੌਤ ਕਰਦਾ ਹੁੰਦਾ ਮੈਂ, ਲੰਮੇ ਪੈ ਜਾਂਦਾ 10-10 ਮਿੰਟ, ਮੈਂ ਨਹੀਂ ਸਿਰ ਚੁੱਕਦਾ ਕਿ ਮੇਰੇ ਪਿਤਾ ਮੈਂ ਨਹੀਂ ਉੱਠਣਾ, ਮੈਨੂੰ ਚਾਹੀਦਾ ਹੀ ਹੈ ਤੂੰ, ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਸਾਰੇ ਮੈਨੂੰ ਰਸ ਫਿੱਕੇ ਹੈਗੇ ਆ। ਮੈਂ ਖਾ ਕੇ ਵੇਖ ਲਿਆ, ਮੈਨੂੰ ਪਤਾ ਲੱਗ ਗਿਆ ਧੀਆਂ ਪੁੱਤ, ਮੈਨੂੰ ਪਤਾ ਲੱਗ ਗਿਆ ਮਕਾਨ ਸੋਹਣਾ ਤਾਂ ਮੈਂ ਇੱਕ ਕਮਰੇ 'ਚ ਐਵੇਂ ਸਿਰ 'ਤੇ ਏਡਾ ਪਹਾੜ ਚੁੱਕਿਆ। ਮੈਂ ਕਿੱਥੇ ਜਾਣਾ,
ਇਹ ਤੇ ਜਾਦੂ ਦਾ ਤਮਾਸ਼ਾ, ਇੱਥੇ ਹੀ ਰਹਿ ਜਾਣਾ ਸਾਰਾ ਕੁਝ। ਕੁਝ ਤੇ ਤੁਹਾਡੇ ਕੋਲ ਜਿਉਂਦੇ ਜੀ ਖੋਹ ਲੈਣਾ ਲੋਕਾਂ ਨੇ, ਤੁਹਾਡੇ ਬੱਚੇ ਨੇ ਖੋਹ ਲੈਣਾ, ਤੇ ਕੁਝ ਜਿਹੜੇ ਹੈਗਾ ਵਾ ਬਾਅਦ ਚ ਖੋਇਆ ਜਾਊਗਾ। ਉਲਟਾ ਤੁਸੀਂ ਜਿਹੜਾ ਬਣਾਤਾ ਵਾ ਉੱਥੋਂ ਲੋਕਾਂ ਨੇ ਲੜਨਾ ਝਗੜਨਾ ਵਾ, ਇੱਕ ਦੂਜੇ ਨੂੰ ਛਿੱਤਰ ਫੇਰਨੇ ਆ। ਇਹ ਵੇਖੋ ਚੀਜ਼ਾਂ ਨੂੰ, ਇਹ ਚੀਜ਼ਾਂ ਇਨਸਾਨ ਜਿਹੜਾ ਨਾ ਇੱਦਾਂ ਹੀ ਖਿੱਚੋ ਤਾਈ ਕਰੀ ਜਾਂਦਾ, ਇਹਨੂੰ ਬੇਵਕੂਫ ਨਹੀਂ ਪਤਾ ਬੇਵਕੂਫ ਹੈ ਤੂੰ, ਨਾ ਇੱਦਾਂ ਖਿੱਚ। ਇਹ ਚੀਜ਼ਾਂ 'ਚ ਤੈਨੂੰ ਖਿੱਚਣ ਤੂੰ ਕਰਨ ਦੇ ਨਾਲ ਕੋਈ ਫਾਇਦਾ ਨਹੀਂ ਹੈਗਾ, ਨੁਕਸਾਨ ਹੈਗਾ। ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।